IVF वगैरह ਦੀ ਸਹੂਲਤ ਆਈ ਆ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਡਾਕਟਰ ਅਨੰਨਾ ਬੱਬਰ ਇਸ ਵੇਲੇ ਐਸ ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ਲਿਟੀ ਹਸਪਤਾਲ ਜਿਹੜਾ ਕਿ ਜੀਨਵਾਲ ਬੱਬਰੀ ਬਾਈਪਾਸ 'ਤੇ ਲੋਕੇਟਡ ਹੈਗਾ। ਮੈਂ ਇੱਥੇ ਪ੍ਰੈਕਟਿਸ ਕਰ ਰਹੀ ਹਾਂ ਐਜ਼ ਅ ਗਾਇਨੋਕੋਲੋਜਿਸਟ, ਔਰ ਨਾਲ ਹੀ ਇੱਥੇ ਐਜ਼ ਐਨ ਇਨਫਰਟੀਲਿਟੀ ਸਪੈਸ਼ਲਿਸਟ ਵੀ ਪ੍ਰੈਕਟਿਸ ਕਰ ਰਹੀ ਨੇ। ਅਤੇ ਮੈਂ ਅੱਜ ਸਾਰਿਆਂ ਨੂੰ ਆਪਣੇ ਸਾਰੇ ਦੋਸਤਾਂ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦੀ ਹਾਂ। ਅਕਸਰ ਇੱਕ ਕੁਐਸਚਨ ਸਾਡੇ ਸਾਹਮਣੇ ਪੁੱਟ ਅਪ ਕੀਤਾ ਜਾਂਦਾ ਹੈ ਕਿ IVF ਔਰ ਨਿਸੰਤਾਨ ਕਪਲਸ ਵਾਸਤੇ ਇਲਾਜ ਕੀ ਅਵੇਲੇਬਲ ਹੈਗਾ। ਸਭ ਤੋਂ ਪਹਿਲਾਂ ਤਾਂ ਜਿਹੜਾ ਜਾਣਨਾ ਜ਼ਰੂਰੀ ਹੈ ਕਿ IVF ਕੀ ਚੀਜ਼ ਹੈ। IVF ਦਾ ਫੁੱਲ ਫਾਰਮ ਹੈ ਇਨ ਵਿਟਰੋ ਫਰਟੀਲਾਈਜੇਸ਼ਨ। ਇਹਦਾ ਮਤਲਬ ਇਹ ਹੈ ਕਿ ਆਰਟੀਫਿਸ਼ਲ ਤਰੀਕੇ ਦੇ ਨਾਲ ਉਨ ਕਪਲਸ ਦੇ ਵਿੱਚ ਜਿਨ੍ਹਾਂ ਨੂੰ ਬੱਚਾ ਨਹੀਂ ਹੋ ਰਿਹਾ, ਕਿਸੇ ਵੀ ਕਾਰਨਵਸ਼ ਬੱਚਾ ਨਹੀਂ ਹੋ ਰਿਹਾ ਹੈ, ਉਹਨਾਂ ਦੇ ਵਿੱਚ ਮਦਰ ਤੋਂ ਅੰਡਾ ਔਰ ਫਾਦਰ ਤੋਂ ਸਪਰਮ ਲੈ ਕੇ ਉਹਨੂੰ ਆਰਟੀਫਿਸ਼ਲ ਤਕਨੀਕ ਦੇ ਨਾਲ ਇੱਕ ਪੈਟਰੀ ਡਿਸ਼ ਦੇ ਵਿੱਚ ਜਾਂ ਗਲਾਸ ਦਾ ਇੱਕ ਤੁਸੀਂ ਕਹਿ ਸਕਦੇ ਹੋ ਬਾਊਲ ਹੈ, ਜਿਹਦੇ ਵਿੱਚ ਲੈ ਕੇ ਉਹਦੇ ਵਿੱਚ ਮਟੀਰੀਅਲਸ ਐਡ ਕਰਕੇ ਆਰਟੀਫਿਸ਼ਲੀ ਉਹਨੂੰ ਗਰੋ ਕੀਤਾ ਜਾਂਦਾ ਹੈ। ਜਦੋਂ ਉਹ ਭਰੂਣ ਇੱਕ ਪਰਟੀਕੂਲਰ ਸਟੇਜ 'ਤੇ ਪਹੁੰਚ ਜਾਂਦਾ ਹੈ ਜਿਹਨੂੰ 5 ਐਮਬ੍ਰੀਓ ਸਟੇਜ ਕਹਿੰਦੇ ਹੈ, ਅਤੇ ਇਸ ਭਰੂਣ ਨੂੰ ਫਿਰ ਆਪਾਂ ਡਾਇਰੈਕਟਲੀ ਮਦਰ ਦੇ ਯੂਟਰਸ ਦੇ ਵਿੱਚ ਗਰਭਾਸ਼ਯ ਦੇ ਵਿੱਚ ਇੰਪਲਾਂਟ ਕੀਤਾ ਜਾਂਦਾ ਹੈ ਤਾਂ ਕਿ ਪ੍ਰੈਗਨੈਂਸੀ ਕਾਮਯਾਬ ਹੋ ਸਕੇ। IVF ਜਿਹੜੀ ਫੈਸਿਲਿਟੀ ਹੈ ਇਹਦੀ ਵੀ ਸਕਸੈਸ ਰੇਟ 60 ਤੋਂ 70% ਹੈ। 100% ਸਕਸੈਸ ਰੇਟ ਕਿਸੇ ਵੀ ਤਕਨੀਕ ਦਾ ਨਹੀਂ ਹੈ। IVF ਤੋਂ ਇਲਾਵਾ ਵੀ ਕੁਝ ਤਕਨੀਕਾਂ ਨੇ ਜਿਹਦੇ ਦੁਆਰਾ ਪ੍ਰੈਗਨੈਂਸੀ ਕਰਨ 'ਚ ਮਰੀਜ਼ ਨੂੰ ਹੈਲਪ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਹੈ ਕਿ ਸਰਕਾਰ ਨੇ ART ਰੂਲਸ 2023 'ਚ ਲਾਗੂ ਕੀਤੇ ਹੈ, ਜਿਹਦੇ ਮੁਤਾਬਿਕ ਕੋਈ ਵੀ ਹਸਪਤਾਲ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਸੀਜਰ ਕਰਨ ਵਾਸਤੇ ਲਈ ਸਭ ਤੋਂ ਪਹਿਲਾਂ ਸੈਂਟਰਲ ਗਵਰਨਮੈਂਟ ਤੋਂ ਅਪਰੂਵਲ ਲੈਣੀ ਪੈਂਦੀ ਹੈ। ਇੱਥੇ 2 ਤਰ੍ਹਾਂ ਦੇ ਲੈਬ ਹੁੰਦੇ ਆ, ਇੱਕ ਲੈਵਲ 1 ਲੈਬ ਹੁੰਦਾ, ਇੱਕ ਲੈਵਲ 2 ਲੈਬ ਹੁੰਦਾ। ਜਿਹੜਾ ਲੈਵਲ 1 ਲੈਬ ਹੈ ਉਸ ਲੈਬ ਦੇ ਵਿੱਚ ਤੁਸੀਂ IUI ਤਕਨੀਕ ਕਰ ਸਕਦੇ ਹੋ। IUI ਦਾ ਮਤਲਬ ਹੁੰਦਾ ਹੈ ਇੰਟਰਾ ਯੂਟਰਾਈਨ ਇਨਸੈਮੀਨੇਸ਼ਨ। ਇਹ ਤੁਸੀਂ ਕਹਿ ਸਕਦੇ ਹੋ ਇੱਕ ਪੌੜੀ ਨੀਚੇ ਹੈ IVF ਤੋਂ, ਕਿਉਂਕਿ IVF ਜਿਹੜਾ ਪ੍ਰੋਸੀਜਰ ਹੈ ਇਹ ਲੈਵਲ 2 ਲੈਬ 'ਤੇ ਹੁੰਦਾ ਵਾ, ਜਿਹਦੇ ਵਾਸਤੇ ਅਗੇਨ ਸੈਂਟਰਲ ਗਵਰਨਮੈਂਟ ਦੀ ਅਪਰੂਵਲ ਚਾਹੀਦੀ ਹੈ ਹੁਣ ਦੇ ਰੂਲਸ ਦੇ ਮੁਤਾਬਿਕ। ਫਿਲਹਾਲ ਤਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ IVF ਲੈਬ ਨਹੀਂ ਹੈ। ਇਸ ਸਹੂਲੀਅਤ ਵਾਸਤੇ ਜਲੰਧਰ ਜਾਂ ਅੰਮ੍ਰਿਤਸਰ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਹੈ। ਪਰ ਸਾਡੇ ਹਸਪਤਾਲ ਐਸ ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ਲਿਟੀ ਹਸਪੀਟਲ ਲੈਵਲ 1 IUI ਲੈਬ ਵਾਸਤੇ ਅਪਰੂਵਡ ਹੈ। ਹੁਣ IUI ਕੀ ਚੀਜ਼ ਨੇ? ਅਤੇ IUI ਇੱਕ ਇਹੋ ਜਿਹਾ ਪ੍ਰੋਸੀਜਰ ਹੈ ਜਿਹਦੇ ਵਿੱਚ ਜਿਹੜਾ ਹਸਬੈਂਡ ਹੈ ਉਹਨਾਂ ਦੇ ਸੀਮਨ ਨੂੰ ਲੈ ਕੇ ਸਾਫ਼ ਕੀਤਾ ਜਾਂਦਾ ਹੈ ਲੈਬੋਰਟਰੀ ਦੇ ਵਿੱਚ ਹਸਬੈਂਡ ਔਰ ਵਾਈਫ ਦੇ ਸਾਹਮਣੇ ਪੂਰੀ ਕੌਨਫੀਡੈਂਸ਼ੀਅਲਿਟੀ ਦੇ ਨਾਲ। ਇਹਦੇ ਵਿੱਚ ਇਸ ਪ੍ਰੋਸੈਸ ਦੇ ਵਿੱਚ ਸਿਰਫ ਹਸਬੈਂਡ ਦਾ ਸੀਮਨ ਹੀ ਇਸਤੇਮਾਲ ਕਰਦੇ ਆ। ਵੈਸੇ ਤਾਂ IUI ਦੇ ਵਿੱਚ ਬਾਹਰ ਦਾ ਡੋਨਰ ਸੀਮਨ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ, ਪਰ ਉਹਦੇ ਵਾਸਤੇ ਸੀਮਨ ਬੈਂਕ ਦੀ ਅਪਰੂਵਲ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਉਹ ਵੀ ਹਜੇ ਫਿਲਹਾਲ ਗੁਰਦਾਸਪੁਰ 'ਚ ਕਿਤੇ ਵੀ ਨਹੀਂ ਹੈਗਾ ਵਾ। ਇਸ ਕਰਕੇ ਅਸੀਂ ਹਸਬੈਂਡ ਦਾ ਸੀਮਨ ਹੀ ਪ੍ਰੈਫਰ ਕਰਦੇ ਹਾਂ। ਇਹ ਤਕਨੀਕ ਉਨ ਕਪਲਸ ਵਾਸਤੇ ਲਈ ਬਹੁਤ ਅੱਛੀ ਹੈ ਜਿਨ੍ਹਾਂ ਦੇ ਹਸਬੈਂਡਸ ਬਾਹਰ ਰਹਿੰਦੇ ਨੇ, ਬਹੁਤ ਘੱਟ ਟਾਈਮ ਵਾਸਤੇ ਇੰਡੀਆ ਆਉਂਦੇ ਹੈ, ਔਰ ਜਿਹੜੇ ਜਾਂ ਆਰਮੀ 'ਤੇ ਕੰਮ ਕਰ ਰਹੇ ਨੇ ਜਾਂ ਕਿਸੇ ਅਲਾਈਡ ਫੋਰਸਿਸ 'ਤੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਟਾਈਮ ਬਹੁਤ ਘੱਟ ਹੁੰਦਾ ਵਾ। ਇਹਦੇ ਵਿੱਚ ਸੀਮਨ ਨੂੰ ਲੈ ਕੇ ਲੈਬ ਦੇ ਵਿੱਚ ਸਾਫ਼ ਕਰਕੇ ਜਿਹੜੇ ਸਭ ਤੋਂ ਅੱਛੇ ਸ਼ੁਕਰਾਣੂ ਹੈ ਉਹ ਡਾਇਰੈਕਟ ਇੱਕ ਬਾਲ ਪੁਆਇੰਟ ਪੈਨ ਦੀ ਰੀਫਿਲ ਵਰਗੀ ਇੱਕ ਪਤਲੀ ਜੀ ਟਿਊਬ ਹੁੰਦੀ ਹੈ ਜਿਹਦੇ ਵਿੱਚ ਉਹਨੂੰ ਭਰਿਆ ਜਾਂਦਾ ਹੈ। ਸਾਰਾ ਪ੍ਰੋਸੀਜਰ ਜਿਹੜਾ ਹੈ ਇਹ ਹਸਬੈਂਡ ਔਰ ਵਾਈਫ ਦੇ ਸਾਹਮਣੇ ਕੀਤਾ ਜਾਂਦਾ ਹੈ, ਔਰ ਫਿਰ ਇਸ ਦੇ ਥਰੂ ਜਿਹੜਾ ਸੀਮਨ ਹੈ ਉਹ ਡਾਇਰੈਕਟਲੀ ਮਰੀਜ਼ ਦੇ ਗਰਭਾਸ਼ਯ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ। ਇਹਦੇ ਨਾਲ ਕੀ ਹੈ ਕਿ ਪ੍ਰੈਗਨੈਂਸੀ ਦੀ ਜਿਹੜੀ ਪਰਸੈਂਟੇਜ ਹੈ ਉਹ ਆਮ ਨੈਚੁਰਲ ਸਾਈਕਲ 'ਤੇ ਅਗਰ 15 ਤੋਂ 20% ਹੈ ਅਤੇ ਇਹਦੇ ਵਿੱਚ 30% ਤੱਕ ਹੋ ਜਾਂਦੀ ਹੈ, ਸਕਸੈਸ ਰੇਟ ਵੱਧ ਜਾਂਦਾ ਹੈ। ਅਤੇ ਵੈਸੇ ਖਰਚੇ ਦੇ ਹਿਸਾਬ ਨਾਲ ਵੀ ਦੇਖਿਆ ਜਾਏ ਅਤੇ IVF ਦਾ ਇੱਕ ਸਾਈਕਲ ਜਿਹੜਾ ਹੈ ਘੱਟੋ ਘੱਟ 2 ਤੋਂ 2.5 ਲੱਖ ਰੁਪਇਆ
ਲੱਗ ਜਾਂਦਾ ਹੈ। ਪਰ IUI ਜਾਂ ਇੱਕ ਸਾਈਕਲ ਜਿਹੜਾ ਹੈ ਉਹ 20 ਤੋਂ 25 ਹਜ਼ਾਰ ਦੇ ਵਿੱਚ ਹੋ ਜਾਂਦਾ ਹੈ। ਤੇ ਇਹਦੇ ਨਾਲ ਪੇਸ਼ੈਂਟ ਔਰ IUI ਇਹੋ ਜਿਹੀ ਪ੍ਰੋਸੀਜਰ ਹੈ ਜਿਹਦੇ ਵਿੱਚ ਕੋਈ ਮਰੀਜ਼ ਨੂੰ ਬਹੁਤ ਜ਼ਿਆਦਾ ਟੀਕੇ ਲਗਾਉਣ ਦੀ ਜਾਂ ਬਹੁਤ ਜ਼ਿਆਦਾ ਦਵਾਈਆਂ ਖਾਣ ਦੀ, ਬਹੁਤ ਇੰਜੈਕਸ਼ਨਸ ਲਗਾਉਣ ਦੀ ਲੋੜ ਨਹੀਂ ਪੈਂਦੀ। ਪਲੱਸ ਇਹ 'ਚ ਬਹੁਤ ਦੇਰ ਐਡਮਿਸ਼ਨ ਰੱਖਣ ਦੀ, ਦਾਖਲ ਹੋਣੇ ਦੀ ਇਹਦੀ ਵੀ ਲੋੜ ਨਹੀਂ ਹੈ। ਇਹ ਇੱਕ ਆਫਿਸ ਪ੍ਰੋਸੀਜਰ ਹੈ ਕਿ ਤੁਸੀਂ ਆਓ, ਕਰਾ ਕੇ ਤੇ ਤੁਸੀਂ ਸ਼ਾਮ ਨੂੰ ਆਪਣੇ ਘਰ ਜਾ ਸਕਦੇ ਹੋ। ਕੋਈ ਬਹੁਤ ਖਾਸ ਬੈੱਡ ਰੈਸਟ ਦੀ ਲੋੜ ਨਹੀਂ ਹੈ। ਪਰ ਜਿਹੜਾ IVF ਪ੍ਰੋਸੀਜਰ ਹੈ ਇਹ ਇੱਕ ਪੂਰਾ ਕੰਪਲੀਟਲੀ ਡਿਫਰੈਂਟ ਪ੍ਰੋਸੀਜਰ ਹੈ। ਇਹਦੇ ਵਿੱਚ ਮਰੀਜ਼ ਦੇ ਔਰ ਉਹਨਾਂ ਦੇ ਹਸਬੈਂਡ ਦੇ ਦੋਨਾਂ ਦੇ ਟੈਸਟ ਵਗੈਰਾ ਹੋਣੇ ਹੈ, ਸਾਰਾ ਪ੍ਰੋਸੀਜਰ ਹੋਣਾ ਹੈ, ਦਵਾਈਆਂ ਲੱਗਦੀਆਂ ਨੇ, ਇੰਜੈਕਸ਼ਨਸ ਲੱਗਦੇ, ਟੀਕੇ ਲੱਗਦੇ। ਇਸ ਕਰਕੇ IVF ਪ੍ਰੋਸੀਜਰ ਹੁੰਦਾ ਵੀ ਮਹਿੰਗਾ ਹੈ। ਤਾਂ IUI ਉਸ ਤੋਂ ਥੋੜ੍ਹਾ ਚੀਪਰ ਪ੍ਰੋਸੀਜਰ ਹੈ ਔਰ ਇਹਦੇ ਵੀ ਰਿਜ਼ਲਟ ਰੇਟਸ ਅੱਛੇ ਹੈ। IVF ਜਿੰਨੇ ਨਹੀਂ ਹੈ, ਪਰ ਫਿਰ ਵੀ ਉਹ ਪੇਸ਼ੈਂਟਸ ਜਿਹੜੇ ਕਈ ਵਾਰੀ ਇਹ ਸੋਚਦੇ ਹੈ ਕਿ ਅਸੀਂ ਚਾਂਸ ਲੈਣਾ ਚਾਹੁੰਦੇ ਨੇ ਪਰ ਬਹੁਤ IVF ਵੱਲੋਂ ਨਹੀਂ ਜਾਣਾ ਚਾਹੁੰਦੇ, ਉਹ IUI ਪ੍ਰੋਸੀਜਰ ਵੀ ਕਰਾ ਕੇ ਦੇਖ ਸਕਦੇ ਹੈ। ਇੱਕ ਹੋਰ ਫੈਸਿਲਿਟੀ ਦੇ ਵੱਲੋਂ ਮੈਂ ਸਾਰਿਆਂ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦੀ ਹਾਂ, ਉਹ ਹੈ ਹਿਸਟੈਰੋਸਕੋਪੀ। ਹੁਣ ਹਿਸਟੈਰੋਸਕੋਪੀ ਕੀ ਹੈ? ਹਿਸਟੈਰੋਸਕੋਪੀ ਜੀ ਦੂਰਬੀਨ ਹੈ ਲੇਡੀਜ਼ ਵਾਸਤੇ, ਜਨਾਨਾ ਵਾਸਤੇ, ਪ੍ਰੋਬਲਮਸ ਵਾਸਤੇ। ਇਹ ਉਨ ਲੇਡੀਜ਼ ਵਾਸਤੇ ਹੈ ਜਿਨ੍ਹਾਂ ਨੂੰ ਅਗੇਨ ਪ੍ਰੈਗਨੈਂਸੀ ਨਹੀਂ ਹੋ ਰਹੀ ਹੈ, ਜਾਂ ਫਿਰ ਇਹੋ ਜਿਹੇ ਲੇਡੀਜ਼ ਜਿਨ੍ਹਾਂ ਨੂੰ ਬੱਚੇਦਾਨੀ ਤੋਂ ਦੇ ਰਾਹੇ ਬਲੀਡਿੰਗ ਵਗੈਰਾ ਬਹੁਤ ਜ਼ਿਆਦਾ ਹੁੰਦੀ ਹੈ। ਕਾਫੀ ਸਾਰੇ ਟੈਸਟ ਅਲਟਰਾਸਾਊਂਡ ਕਰਾਉਣ ਦੇ ਬਾਵਜੂਦ ਕਈ ਕਾਰਨ ਨਹੀਂ ਨਿਕਲਦਾ, ਕਿਉਂਕਿ ਕਈ ਵਾਰ ਕੁਝ ਬਿਮਾਰੀਆਂ ਉਹ ਹੁੰਦੀਆਂ ਨੇ ਜਾਂ ਕੋਈ ਪ੍ਰੋਬਲਮਸ ਇਹੋ ਜਿਹੀ ਹੁੰਦੀਆਂ ਨੇ ਜਿਹੜੀ ਅਲਟਰਾਸਾਊਂਡ ਰਾਹੀਂ ਨਹੀਂ ਪਤਾ ਲੱਗਦੀ। ਇਸ ਤਕਨੀਕ ਹਿਸਟੈਰੋਸਕੋਪੀ ਜਿਹੜੀ ਤਕਨੀਕ ਹੈ, ਇਹਦੇ ਵਿੱਚ ਇੱਕ ਪੈਨ ਵਰਗੀ ਪਤਲੀ ਜੀ ਦੂਰਬੀਨ ਹੁੰਦੀ ਹੈ। ਇਹਨੂੰ ਆਫਿਸ ਪ੍ਰੋਸੀਜਰ ਕਹਿੰਦੇ ਹੈ। ਇੱਥੇ ਵੀ ਕੋਈ ਦਾਖਲੇ ਦੀ ਲੋੜ ਨਹੀਂ ਹੈਗੀ ਹੈ। ਮਰੀਜ਼ ਨੂੰ ਕੋਈ ਦਰਦ ਮਹਿਸੂਸ ਨਹੀਂ ਹੁੰਦੀ, ਕੋਈ ਇੰਜੈਕਸ਼ਨ ਟੀਕਾ ਨਹੀਂ ਲੱਗਦਾ, ਕੋਈ ਬੇਹੋਸ਼ੀ ਨਹੀਂ ਲੱਗਦੀ। ਮਰੀਜ਼ ਔਰ ਮਰੀਜ਼ ਦੇ ਹਸਬੈਂਡ ਦੋਨੋਂ ਜਣੇ ਇਹ ਪ੍ਰੋਸੀਜਰ ਨੂੰ ਅਟੈਂਡ ਕਰ ਸਕਦੇ ਹੈ। ਇੱਥੇ ਦੂਰਬੀਨ ਰਾਹੀਂ ਮਰੀਜ਼ ਦੇ ਨਿਚਲੇ ਰਸਤੇ ਤੋਂ, ਜਿਹਨੂੰ ਸਰਵਿਕਸ ਕਹਿੰਦੇ, ਬੱਚੇਦਾਨੀ ਦਾ ਮੂੰਹ ਕਹਿੰਦੇ ਹੈ, ਉਹਦੇ ਰਸਤਿਓਂ ਅਸੀਂ ਦੂਰਬੀਨ ਅੰਦਰ ਪਾਉਂਦੇ ਹਾਂ ਔਰ ਦੂਰਬੀਨ ਪਾ ਕਰ ਬੱਚੇਦਾਨੀ ਨੂੰ ਦੇਖ ਸਕਦੇ ਹਾਂ। ਸਾਰੇ ਬੱਚੇਦਾਨੀ ਦੇ ਵਿਚਕਾਰ ਕਈ ਵਾਰ ਪਰਦੇ ਵਾਂਗੂ ਪਰਤਾਂ ਜੰਮ ਜਾਂਦੀਆਂ ਨੇ, ਜਿਹਦੇ ਨਾਲ ਬੱਚੇਦਾਨੀ ਅੰਦਰੋਂ ਜੁੜ ਜਾਂਦੀ ਹੈ। ਅਤੇ ਇਸ ਦੂਰਬੀਨ ਰਾਹੀਂ ਅਸੀਂ ਉਹ ਜਿਹੜੇ ਪਰਦੇ ਨੇ ਉਹਨਾਂ ਨੂੰ ਕੱਟ ਸਕਦੇ, ਉਹਨਾਂ ਨੂੰ ਰਿਮੂਵ ਕਰ ਸਕਦੇ ਹਾਂ। ਪਲੱਸ ਜਦੋਂ ਬੱਚੇਦਾਨੀ ਦੇ ਰਾਹੀਂ, ਦੂਰਬੀਨ ਰਾਹੀਂ ਅਸੀਂ ਫਲੂਇਡ ਇੰਜੈਕਟ ਕਰਦੇ ਹਾਂ ਅਤੇ ਕਈ ਵਾਰ ਬੱਚੇਦਾਨੀ ਖੁੱਲ੍ਹ ਵੀ ਜਾਂਦੀ ਹੈ। ਨਾਲ ਹੀ ਇਸ ਪ੍ਰੋਸੀਜਰ ਦੇ ਥਰੂ ਆਪਾਂ ਟਿਊਬਾਂ ਵੀ ਚੈੱਕ ਕਰ ਸਕਦੇ ਨੇ। ਅਤੇ ਇੱਕ ਹੀ ਪ੍ਰੋਸੀਜਰ ਦੇ ਵਿੱਚ, ਇੱਕ ਹੀ ਦਿਨ ਦੇ ਵਿੱਚ ਕਈ ਸਾਰੀ ਫੈਸਿਲਿਟੀਜ਼ ਮਰੀਜ਼ ਲੈ ਸਕਦਾ ਹੈ। ਅਤੇ ਇਹ ਇੱਕ ਬਹੁਤ ਹੀ ਆਧੁਨਿਕ ਔਰ ਨਵੀਂ ਤਕਨੀਕ ਹੈ ਔਰ ਇਹ ਸਿਰਫ ਸਾਡੇ ਹਸਪਤਾਲ ਅਵੇਲੇਬਲ ਹੈ। ਇਸ 12 ਮਾਰਚ ਨੂੰ ਅਸੀਂ ਇੱਕ ਕੈਂਪ ਵੀ ਕਰ ਰਹੇ ਹਾਂ ਆਪਣੇ ਹਸਪਤਾਲ S ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ਲਿਟੀ ਹਸਪੀਟਲ ਜੀਵਨਵਾਲ ਬੱਬਰੀ, ਜਿੱਥੇ ਅਸੀਂ ਬਿਲਕੁਲ ਹੀ ਚੈਰੀਟੇਬਲ ਰੇਟਸ 'ਤੇ ਹਿਸਟੈਰੋਸਕੋਪੀ ਕੈਂਪ ਕਰ ਰਹੇ ਨੇ। ਅਤੇ ਜੇ ਵੀ ਕੋਈ ਵੀ ਲੇਡੀ ਜਿਨ੍ਹਾਂ ਨੂੰ ਇੱਕ ਤਾਂ ਪ੍ਰੈਗਨੈਂਸੀ ਦੀ ਸ਼ਿਕਾਇਤ ਹੋਏ, ਦੂਸਰਾ ਜਿਨ੍ਹਾਂ ਨੂੰ ਬੱਚੇਦਾਨੀ ਦੀ ਕੋਈ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਹੋਏ, ਜਿਸ ਤਰ੍ਹਾਂ ਬਹੁਤ ਸਾਰੀ ਬਲੀਡਿੰਗ ਹੁੰਦੀ ਹੋਏ ਜਿਹਦਾ ਕਾਰਨ ਨਾ ਪਤਾ ਲੱਗਦਾ ਹੋਏ, ਮਾਹਵਾਰੀ ਜ਼ਿਆਦਾ ਆਉਂਦੀ ਹੋਏ, ਅਤੇ ਉਹ ਆਪਣਾ ਹਿਸਟੈਰੋਸਕੋਪਿਕ ਦੂਰਬੀਨ ਰਾਹੀਂ ਇਲਾਜ ਕਰਾ ਸਕਦੇ, ਚੈੱਕਅਪ ਕਰਾ ਸਕਦੇ ਹੈ। ਅੱਜ ਕੱਲ੍ਹ ਵੱਡੇ ਸ਼ਹਿਰਾਂ ਦੇ ਵਿੱਚ ਦੂਰਬੀਨ ਰਾਹੀਂ ਹੀ ਈਵਨ ਰਸੌਲੀਆਂ ਦਾ ਵੀ ਆਪਰੇਸ਼ਨ ਹੁੰਦਾ ਜੀ। ਇਹ ਹਲੇ ਫਿਲਹਾਲ ਅਸੀਂ ਪ੍ਰੋਸੀਜਰ ਸ਼ੁਰੂ ਨਹੀਂ ਕੀਤੇ ਹੈ, ਪਰ ਬਹੁਤ ਜਲਦ ਆਪਾਂ ਇਹ ਪ੍ਰੋਸੀਜਰ ਵੀ ਆਪਣੇ ਹਸਪਤਾਲ ਲਾਂਚ ਕਰਨ ਜਾ ਰਹੇ ਨੇ। ਡਾਕਟਰ ਸਾਹਿਬ, ਮਰੀਜ਼ਾਂ ਨੂੰ 14 ਤਰੀਕ ਬਾਰੇ ਕੀ ਕਹਿਣਾ ਚਾਹੋਗੇ? 12 ਮਾਰਚ ਨੂੰ, ਇਸ ਮਹੀਨੇ ਦੀ 12 ਮਾਰਚ, ਅਗਲੇ ਮੰਗਲਵਾਰ ਨੂੰ ਸਾਡੇ ਕੋਲ ਹਿਸਟੈਰੋਸਕੋਪੀ ਕੈਂਪ ਹੈ। ਅਤੇ ਮੈਂ ਮਰੀਜ਼ਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਐਸਐਚ ਅਗਰ ਤੁਸੀਂ ਆਹ ਪ੍ਰੋਸੀਜਰ ਕਰਾਉਣਾ ਚਾਹੋ ਅਤੇ ਇਹ ਐਸਐਚ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਹੀ ਮਹਿੰਗਾ ਪ੍ਰੋਸੀਜਰ ਹੈ। 30 ਤੋਂ 40 ਹਜ਼ਾਰ ਰੁਪਇਆ ਖਰਚਾ ਆ ਜਾਂਦਾ ਹੈ ਇੱਕ ਪ੍ਰੋਸੀਜਰ ਦਾ, ਕਿਉਂਕਿ ਇਹਦੇ ਵਿੱਚ ਇਸਤੇਮਾਲ ਕਰਨ ਵਾਲੇ ਜਿਹੜੇ ਯੰਤਰ ਨੇ, ਦੂਰਬੀਨ ਨੇ, ਬਾਕੀ ਸਾਰਾ ਪ੍ਰੋਸੀਜਰ ਨੇ, ਸੈਟਅਪ ਨੇ, ਇਹ ਸਾਰੇ ਹਸਪਤਾਲਾਂ ਦੇ ਵਿੱਚ ਨਹੀਂ ਹੁੰਦਾ, ਇਸ ਕਰਕੇ ਖਰਚਾ ਜ਼ਿਆਦਾ ਆਉਂਦਾ ਹੈ।
ਪਰ ਅਸੀਂ 12 ਤਰੀਕ ਨੂੰ ਕਿਉਂਕਿ ਇਹ ਕੈਂਪ ਕਰ ਰਹੇ ਹਾਂ ਔਰ ਸਾਡਾ ਹਮੇਸ਼ਾ ਹੀ ਇਹੀ ਰਿਹਾ ਹੈ, ਮੇਨ ਏਮ ਰਹੀ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੋ ਕਪਲਸ ਜਿਹੜੇ ਨੇ ਇਹੋ ਜਿਹੇ ਜਾਂ ਕੋਈ ਵੀ ਇਹੋ ਜਿਹੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਕਿਸੇ ਵੀ ਕਾਰਨ ਬੱਚਾ ਨਹੀਂ ਹੋ ਰਿਹਾ ਜਾਂ ਬੱਚੇਦਾਨੀ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਤਕਲੀਫ ਹੈ, ਤਾਂ ਉਹਨਾਂ ਨੂੰ ਬਿਲਕੁਲ ਜੈਨੂਇਨ ਰੇਟ 'ਤੇ, ਬਿਲਕੁਲ ਚੈਰੀਟੇਬਲ ਰੇਟ 'ਤੇ ਵੱਧ ਤੋਂ ਵੱਧ ਅਸੀਂ ਫੈਸਿਲਿਟੀ ਦੇ ਸਕੇ। ਅਤੇ ਇਹ 'ਚ ਅਸੀਂ ਇਹੀ ਕਹਾਂਗੇ ਕਿ ਤੁਸੀਂ ਆਓ, ਆ ਕਰ ਇਸ ਤਕਨੀਕ ਦਾ फ़ायदा ਜ਼ਰੂਰ ਲਓ, ਕਿਉਂਕਿ ਇਹ ਡਾਇਗਨੋਸਟਿਕ ਵੀ ਹੈ ਤਕਨੀਕ ਔਰ ਥੈਰੇਪੈਟਿਕ ਵੀ ਹੈ। ਮਤਲਬ ਆਪਾਂ ਦੇਖ ਵੀ ਸਕਦੇ ਔਰ ਇਲਾਜ ਵੀ ਕਰ ਸਕਦੇ ਇੱਕ ਹੀ ਤਕਨੀਕ ਦੇ ਨਾਲ, ਅਤੇ ਇਹਦਾ ਬਹੁਤ फ़ायदा ਜੇ। ਅਤੇ ਇਸ ਤਕਨੀਕ ਨੂੰ ਲੈ ਕੇ, ਇਸ ਦਾ फ़ायदा ਲੈ ਕੇ ਬਹੁਤ ਮਰੀਜ਼ਾਂ ਨੂੰ ਅਸੀਂ ਪਹਿਲਾਂ ਵੀ, ਇਸ ਤੋਂ ਪਹਿਲੇ ਵੀ ਕੈਂਪਸ ਕੀਤੇ ਹੋਏ ਹੈ ਔਰ ਬਹੁਤ ਪੇਸ਼ੈਂਟਸ ਨੇ ਇਸ ਤੋਂ ਬਾਅਦ ਅਸੀਂ ਦੇਖਿਆ ਹੈ ਕਿ ਆਪਣੇ ਆਪ ਹੀ ਗਰਭਵਤੀ ਹੋ ਗਈ ਹੈ, ਉਹਨਾਂ ਨੇ ਨੈਚੁਰਲੀ ਕੰਸੀਵ ਕਰ ਲਿਆ ਹੈ, ਕਿਉਂਕਿ ਇਹ ਐਜ਼ ਅ ਟਰੀਟਮੈਂਟ ਵੀ ਕੰਮ ਕਰਦਾ ਵਾ, ਨਾ ਸਿਰਫ ਜਾਂਚ ਹੀ ਕਰਦਾ ਹੈ, ਟਰੀਟਮੈਂਟ ਵੀ ਕਰਦਾ ਹੈ ਇਹ ਤਕਨੀਕ, ਅਤੇ फ़ायदेमंद बहुत है। ज़रूर इसका फ़ायदा उठान।